FM 90.4 ਅਵਤਾਰ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਸਾਂਝ ਲੈ ਕੇ ਤੁਹਾਡੇ ਨਾਲ ਰੂਬਰੂ ਹਾਂ। ਸੋ ਪ੍ਰੋਗਰਾਮ ਸਾਂਝ ਦੇ ਵਿੱਚ ਮੈਂ ਹਾਂ ਅਮਨਦੀਪ ਕੌਰ, ਹਰ ਰੋਜ਼ ਦੀ ਤਰ੍ਹਾਂ 12 ਤੋਂ 1 ਸਵਾ 12 ਤੋਂ 1 ਤੁਹਾਡੇ ਨਾਲ ਰੂਬਰੂ ਰਹੀਦਾ। ਸੋ ਇਸ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਤੁਹਾਡੇ ਨਾਲ ਸਟੋਰੀ ਰਾਈਟ ਹੀ ਇੱਦਾਂ ਹੈ ਹੱਡ ਬੀਤੀ ਦੋ ਭਰਾਵਾਂ ਦੀ, ਜਿਹਨੂੰ ਸੋਚ ਕੇ ਨਾ, ਜਿਹਨੂੰ ਪੜ੍ਹ ਕੇ ਇਵੇਂ ਲੱਗਾ ਕਿ ਵਾਕਈ ਇਹ ਕਹਾਣੀ ਮੇਰੀ ਕਹਾਣੀ ਆ। ਸੋ ਦੋ ਪਾਤਰ ਨੇ ਇਸ ਵਿੱਚ ਜੀ, ਭੋਲਾ ਤੇ ਬਿੰਦਰ। ਭੋਲਾ ਤੇ ਬਿੰਦਰ ਆਪਣੇ ਜਿੱਦਾਂ ਆਪਸ ਦੇ ਵਿੱਚ ਚਾਚੇ ਤਾਏ ਦੇ ਬੇਟੇ ਨੇ, ਲੜਕੇ ਵੀ ਕਿਹਾ ਜਾਂਦਾ। ਉਹਨਾਂ ਦੋਵਾਂ ਦੇ ਆਪਸ ਵਿੱਚ ਮਿਲ ਕੇ ਖੇਤੀ ਕਰਿਆ ਕਰਦੇ ਸਨ। ਦੋਵੇਂ ਬਹੁਤ ਹੀ ਮਿਹਨਤੀ ਤੇ ਇੱਕ ਦੂਸਰੇ ਨੂੰ ਪਿਆਰ ਕਰਨ ਵਾਲੇ, ਬੜੀ ਰੀਝ ਨਾਲ ਆਪਣੀਆਂ ਫਸਲਾਂ ਪਾਲਦੇ। ਪਿਛਲੇ ਮਹੀਨੇ ਦੀ ਗੱਲ ਹੈ ਕਿ ਜੀਰੀ ਦੀ ਫਸਲ ਦੀ ਕਟਾਈ ਤੋਂ ਬਾਅਦ ਵਿੱਚ ਉਹ ਸ਼ਹਿਰ ਆਪਣੇ ਆੜਤੀਏ ਸੇਠ ਦੇ ਕੋਲ ਦੁਕਾਨ ਤੇ ਲੈ ਗਏ। ਸਵੇਰ ਦੇ ਗਏ ਹੋਏ ਪਰ ਹੁਣ ਸ਼ਾਮ ਹੋ ਚੁੱਕੀ ਸੀ। ਧਰਮਪਾਲ ਸੇਠ ਜੀ ਨੇ ਉਹਨਾਂ ਦੀ ਫਸਲ ਦੀ ਰਾਖੀ ਵਾਸਤੇ ਛੋਟੇ ਭਾਈ ਨੂੰ ਬਿਠਾ ਦਿੱਤਾ ਤੇ ਸੇਠ ਨੇ ਉਹਨਾਂ ਨੂੰ ਆਪਣੇ ਘਰ ਰੋਟੀ ਖਾਣ ਦੇ ਲਈ ਲੈ ਗਏ। ਦੋਵੇਂ ਜਾਣੇ ਧਰਮਪਾਲ ਦੇ ਘਰ ਦੀ ਬਣੀ ਰੋਟੀ ਵੇਖ ਕੇ ਹੈਰਾਨ ਰਹਿ ਗਏ। ਸਾਰਾ ਮੇਜ਼ ਖਾਣਿਆਂ ਵਾਲੀਆਂ ਚੀਜ਼ਾਂ ਨਾਲ ਭਰਿਆ ਹੋਇਆ ਸੀ। ਕੱਲੀ ਕੱਲੀ ਗੱਲ ਨੋਟ ਕੀਤੀ। ਮੱਕੀ ਦੀ ਰੋਟੀ, ਕਣਕ ਦੀ ਰੋਟੀ, ਚਾਵਲ, ਦਹੀਂ ਮੱਖਣ, ਤੋਰੀ ਦੀ ਸਬਜ਼ੀ, ਆਲੂ, ਰਾਜਮਾ ਦੀ ਸਬਜ਼ੀ, ਪਿਆਜ਼, ਖੀਰਾ, ਸਲਾਦ ਵਿੱਚ ਔਲੇ ਤੇ ਡੇਲਿਆਂ ਤੇ ਮਿਰਚ ਦਾ ਅਚਾਰ, ਨਿੰਬੂ ਦਾ ਮਿੱਠਾ ਅਚਾਰ, ਸਭ ਕੁਝ ਖਾਂਦਾ ਹੋਇਆ ਬਿੰਦਰ ਮਜ਼ਾਕ ਦੇ ਵਿੱਚ ਬੋਲਿਆ, ਕਿਉਂ ਭੋਲੇ, ਆਪਣੇ ਘਰ ਵਿੱਚ ਵੀ ਤਾਂ ਮੱਕੀ ਦੀ ਰੋਟੀ, ਜਵਾਰ ਦੀ ਰੋਟੀ, ਆ ਚੌਲ, ਸਬਜ਼ੀਆਂ ਜਿਹੜੇ ਆਪਾਂ ਹੀ ਵੇਚ ਕੇ ਆਏ ਆ, ਕਿੰਨੀ ਵਾਰੀ ਖਾਂਦੇ ਹਾਂ। ਭੋਲਾ ਕਹਿਣ ਲੱਗਾ, ਕਦੇ ਸਾਲ ਛੇਮਾਈ, ਮਤਲਬ ਸਾਲ ਜਾਂ 6 ਮਹੀਨੇ ਬਾਅਦ ਮਸਾਂ ਹੀ ਖਾਦੇ ਹੋਣਗੇ। ਫਿਰ ਭੋਲਾ ਕਹਿਣ ਲੱਗਾ, ਕਿਉਂ ਬਿੰਦਰ ਬਾਈ, ਟਮਾਟਰ ਤੇ ਖੀਰਾ ਆਪਣੇ ਘਰੇ ਹੀ ਆਪਾਂ ਕਿੰਨੀ ਕੁ ਵਾਰੀ ਖਾਧਾ। ਬਿੰਦਰ ਸੋਚਣ ਲੱਗਾ ਤੇ ਕਹਿਣ ਲੱਗਾ, ਜਦੋਂ ਕੋਈ ਰਿਸ਼ਤੇਦਾਰ ਆਉਂਦੇ ਨੇ ਉਦੋਂ ਹੀ। ਫਿਰ ਬਿੰਦਰ ਕਹਿਣ ਲੱਗਾ, ਕਿਉਂ ਭੋਲੇ, ਇਹ ਚੀਜ਼ਾਂ ਪੈਦਾ ਕਿੱਥੇ ਹੁੰਦੀਆਂ ਹਨ। ਉਸਨੇ ਕਿਹਾ ਕਿ ਆਪਾਂ ਕਿਸਾਨ ਹਾਂ, ਆਪਣੇ ਖੇਤਾਂ ਵਿੱਚ। ਫਿਰ ਬਿੰਦਰ ਕਹਿਣ ਲੱਗਾ, ਪੈਦਾ ਤਾਂ ਆਪਣੇ ਖੇਤਾਂ ਵਿੱਚ ਹੁੰਦੀਆਂ ਨੇ, ਪਰ ਬਣਦੀਆਂ ਆਪਣੇ ਘਰਾਂ ਵਿੱਚ ਕਿਉਂ ਨਹੀਂ। ਬੜਾ ਹੈਰਾਨੀ ਦਾ ਸ਼ਬਦ ਸੀ। ਕੁਝ ਸੋਚਣ ਤੋਂ ਬਾਅਦ ਭੋਲਾ ਕਹਿਣ ਲੱਗਾ, ਇਸ ਦਾ ਮਤਲਬ ਇਹ ਆ ਕਿ ਜੱਟ ਸਿਰਫ ਪੈਦਾ ਕਰਦਾ ਆ, ਸਿਰਫ ਪੈਦਾ ਕਰਨ ਵਾਲਾ ਹੀ ਹੈ। ਉਸ ਦੀ ਪੈਦਾ ਕੀਤੀ ਹੋਈ ਚੀਜ਼ ਦਾ ਆਨੰਦ ਤਾਂ ਹੋਰ ਲੋਕੀ ਮਾਣਦੇ ਆ। ਬਿੰਦਰ ਕਹਿਣ ਲੱਗਿਆ, ਯਾਰ ਭੋਲੇ, ਆਪਾਂ ਇੱਕ ਇੱਕ ਦਾਣਾ ਬੀਜ ਕੇ ਸੈਂਕੜੇ ਦਾਣਾ ਪੈਦਾ ਕਰਦੇ ਆ। ਇਹ ਸੇਠ ਵੀ ਆਪਣੇ ਤੋਂ ਸਿਰਫ ਉਹਨਾਂ ਵਿੱਚੋਂ ਕੁਝ ਹੀ ਦਾਣਿਆਂ ਦੇ ਪੈਸੇ ਲੈ ਲੈਂਦੇ ਨੇ, ਤੇ ਇਹਨਾਂ ਦੇ ਘਰਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਬਣਦੀਆਂ, ਸਾਰੀਆਂ ਚੀਜ਼ਾਂ ਵਸਤੂਆਂ ਹੈਗੀਆਂ। ਬਾਕੀ ਦਾਣਿਆਂ ਦੀ ਜਾਣੀ ਤੇ ਕਿ ਫਸਲ ਦੀ ਕਮਾਈ ਤਾਂ ਆਪਣੇ ਕੋਲ ਹੀ ਰਹਿੰਦੀ ਹੈ, ਪਰ ਆਪਣੇ ਘਰਾਂ ਦੇ ਹਾਲਾਤ ਇੰਨੀ ਮਾੜੀ ਕਿਉਂ? ਮਾੜਾ ਖਾਣ ਪੀਣ, ਘਰਾਂ ਦੀ ਖਸਤਾ ਹਾਲਤ। ਕਿੰਨਾ ਕੁ ਜੱਟ ਦੇ ਘਰ ਦੇ ਵਿੱਚ ਹਾਲਾਤ ਇੰਨੀ ਵੀ ਮਾੜੀ ਆ ਕਿ ਉਹ ਚਾਹੇ ਦਿਨ ਰਾਤ ਕਮਾਈ ਕਰੇ, ਪਰ ਰਾਤ ਨੂੰ ਸੌਣ ਸਮੇਂ ਜੱਟ ਦੇ ਸਾਰਾ ਟੱਬਰ ਜਿਹੜਾ ਆ ਉਹ ਥੱਲੇ ਹੀ ਪੈਂਦਾ ਆ, ਤੇ ਘਰ ਦੀ ਛੱਤ ਵੀ ਇਵੇਂ ਹੁੰਦੀ ਆ ਕਿ ਰਾਤ ਨੂੰ ਸੁੱਤੇ ਸੁੱਤੇ ਹੀ ਪਤਾ ਨਹੀਂ ਦੱਬ ਵੀ ਜਾਵੇ।
ਉਹਨਾਂ ਨੇ ਆਪਸ ਦੇ ਵਿੱਚ ਹੀ ਗੱਲਾਂ ਕਰਦੇ ਕਰਦੇ ਹੀ ਸੇਠ ਉੱਥੇ ਆ ਗਿਆ। ਉਹਨਾਂ ਕੋਲ ਆ ਕੇ ਬੈਠੇ ਤੇ ਕਹਿਣ ਲੱਗੇ, ਕਿਉਂ ਬਾਈ, ਕੀ ਗੱਲਾਂ ਕਰਦੇ ਹੋ? ਲੱਗਦਾ ਬੜੀ ਗੰਭੀਰਤਾ ਦਾ ਮਸਲਾ ਚੱਲ ਰਿਹਾ ਆ। ਭੋਲਾ ਕਹਿਣ ਲੱਗਾ, ਸ਼ੁਕਰ ਮਨਾਉਂਦੇ ਆ ਸੇਠ ਸਾਹਿਬ ਕਿ ਅੱਜ ਜੱਟ ਗੰਭੀਰਤਾ ਦੇ ਨਾਲ ਸੋਚਣ ਲੱਗਿਆ ਆ। ਇਹ ਸਭ ਕੁਝ ਅੱਜ ਜੋ ਤੁਹਾਡੇ ਘਰ ਆਉਣ ਕਰਕੇ ਹੀ ਸੰਭਵ ਹੋਇਆ ਹੈ। ਸਾਨੂੰ ਕਮਲਿਆਂ ਨੂੰ, ਖੂਹ ਦੇ ਡੱਡੂਆਂ ਨੂੰ ਘਰ ਬੈਠੇ ਕੀ ਪਤਾ ਸੀ ਕਿ ਦੁਨੀਆ ਕਿੱਥੇ ਵਸਦੀ ਹੈ। ਇਹ ਕਿਵੇਂ ਬੇਫਿਕਰ ਹੋ ਕੇ ਖਾਂਦੀ ਹੈ ਤੇ ਹੱਸਦੀ ਹੈ। ਬਿੰਦਰ ਕਹਿਣ ਲੱਗਿਆ, ਸੇਠ ਸਾਹਿਬ ਤੁਸੀਂ ਹੀ ਦੱਸੋ ਕਿ ਜੱਟਾਂ ਦੀ ਹਾਲਤ ਬਾਰੇ ਤੁਸੀਂ ਕੀ ਚਾਨਣਾ ਪਾਉਣਾ ਚਾਹੋਗੇ। ਅਸੀਂ ਥੋੜੇ ਜਿਹੇ ਬੀਜ ਕੇ ਇੰਨੀ ਫਸਲ ਪੈਦਾ ਕਰਦੇ ਹਾਂ, ਤਾਂ ਵੀ ਸਾਡੇ ਹਾਲਾਤ ਇੰਨੇ ਮਾੜੇ ਕਿਉਂ ਰਹਿੰਦੇ ਆ। ਤੇ ਤੁਸੀਂ ਤੇ ਤੁਹਾਡੇ ਤੋਂ ਇਲਾਵਾ ਅਸੀਂ ਤੁਹਾਡੇ ਤੇ ਕੋਈ ਇਲਜ਼ਾਮ ਨਹੀਂ ਲਗਾਉਂਦੇ, ਕਿਉਂਕਿ ਆੜ ਦੇ ਰੂਪ ਦੇ ਵਿੱਚ ਤੁਹਾਨੂੰ ਕੋਈ ਵੀ ਜਿਹੜੀ ਬਹੁਤੀ ਫਸਲ ਤਾਂ ਨਹੀਂ ਮਿਲਦੀ, ਪਰ ਸਾਡੀ ਮਿਹਨਤ ਦਾ ਸਾਨੂੰ ਪੂਰਾ ਫਲ ਕਿਉਂ ਨਹੀਂ ਮਿਲਦਾ। ਹਰ ਵਾਰ ਫਰਕ ਕਿੱਥੇ ਰਹਿ ਜਾਂਦਾ ਆ। ਧਰਮਪਾਲ ਜੀ ਦੋਵਾਂ ਨੂੰ ਸਮਝਾਉਣ ਲੱਗੇ, ਇਹ ਸਾਰੇ ਹੀ ਮੰਨਦੇ ਹਨ, ਜੱਟ ਜਿੰਨਾ ਸਖਤ ਮਿਹਨਤ ਕਰਦਾ ਆ ਨਾ, ਹੋਰ ਕੋਈ ਨਹੀਂ ਕਰ ਸਕਦਾ। ਨਾ ਹੀ ਜੱਟ ਜਿੱਡਾ ਕੋਈ ਘਾਟਾ ਝੱਲ ਸਕਦਾ ਆ। ਸਾਡੇ ਤੋਂ ਦੁਕਾਨਾਂ ਆ, ਫਸਲ ਆ ਜਾਂਦੀ ਆ ਤਾਂ ਅਸੀਂ ਆਪਣੀ ਆੜਤ ਲੈ ਲੈਂਦੇ ਆ। ਜੱਟ ਦੇ ਖੇਤਾਂ ਦੇ ਵਿੱਚ ਕੰਮ ਕਰਕੇ ਆਪਣੀ ਦਿਹਾੜੀ ਤੋਂ ਲੈ ਕੇ ਜਾਂ ਅਸੀਂ ਆਪਣੀ ਦਿਹਾੜੀ ਲੈ ਲੈਂਦੇ ਆ। ਜੱਟ ਦੀ ਕਮਾਈ ਤਾਂ ਰਹਿ ਜਾਂਦੀ ਹੈ ਬਸ ਰੱਬ ਦੀ ਰਹਿਮਤ ਦੇ ਉੱਤੇ, ਨਸੀਬਾਂ ਤੇ, ਜਾਂ ਇਹ ਕਹਿ ਲਓ ਕਿ 6 ਮਹੀਨੇ ਜੱਟ ਦੀ ਜਾਨ ਮੁੱਠੀ ਵਿੱਚ ਹੀ ਆਈ ਰਹਿੰਦੀ ਆ। ਸਾਡੀ ਆੜਤ ਤਾਂ ਪੱਕੀ ਆ, ਦਿਹਾੜੀਦਾਰਾਂ ਦੀ ਦਿਹਾੜੀ ਪੱਕੀ ਆ, ਵੱਢਣ ਤੇ ਕੱਢਣ ਵਾਲਿਆਂ ਦੀ ਵਢਾਈ ਕਢਾਈ ਵੀ ਪੱਕੀ ਆ। ਜੱਟ ਦਾ ਪਤਾ ਨਹੀਂ, ਦਿਹਾੜੀਦਾਰ ਲਾ ਕੇ ਵੀ ਰੇਹਾਂ ਪਾ ਕੇ, ਸਪਰੇਹਾਂ ਪਾ ਕੇ ਕੋਈ 4 ਮਣ ਦਾਣੇ ਹੋਣਗੇ ਜਾਂ ਨਾ ਹੋਣਗੇ। ਜੇਕਰ ਜੱਟ ਆਪਣੀ ਮਿਹਨਤ ਤੇ ਗਿਣੇ ਤੇ ਉਹਦੇ ਪੱਲੇ ਪੈਂਦਾ ਤਾਂ ਕੱਖ ਨਹੀਂ। ਤਾਂ ਹੀ ਤਾਂ ਘਾਟਿਆਂ ਵਾਲੇ ਮੈਦਾਨਾਂ ਦੇ ਵਿੱਚ ਘੱਟ ਤੋਂ ਘੱਟ ਜੱਟ ਤੋਂ ਬਿਨਾਂ ਹੋਰ ਕੋਈ ਨਹੀਂ ਉਤਰ ਸਕਦਾ। ਅੱਜ ਦੀ ਤਰੀਕ ਦੇ ਵਿੱਚ 35 ਸਾਲ ਪਹਿਲਾਂ ਦੀ ਗੱਲ ਹੈ। ਉਦੋਂ ਕਣਕ 80 ਰੁਪਏ ਕੁਇੰਟਲ ਸੀ ਤੇ ਸੋਨਾ 200 ਰੁਪਏ ਤੋਲਾ ਹੁੰਦਾ ਸੀ। ਭਾਵ ਕਿ 2 ਕੁਇੰਟਲ 50 ਕਿਲੋ ਕਣਕ ਵੇਚ ਕੇ ਤੋਲਾ ਸੋਨੇ ਦਾ ਆ ਜਾਂਦਾ ਸੀ। ਹੁਣ ਤੁਸੀਂ ਆਪੇ ਹੀ ਵੇਖ ਲਓ ਕਿ 2 ਕੁਇੰਟਲ 50 ਕਿਲੋ ਕਣਕ ਵੇਚ ਕੇ ਕਿੰਨਾ ਸੋਨਾ ਆਉਂਦਾ ਆ। ਪਹਿਲਾਂ 2 ਕੁਇੰਟਲ 50 ਕਿਲੋ ਕਣਕ ਵੇਚ ਕੇ ਹੁਣ 10 ਗ੍ਰਾਮ ਹੀ ਸੋਨਾ ਆਉਂਦਾ ਆ। ਹੁਣ 1 ਗ੍ਰਾਮ ਹੀ ਆਉਂਦਾ ਆ। ਭਾਵ ਕਣਕ ਦੇ ਮੁਕਾਬਲੇ ਸੋਨੇ ਦਾ ਭਾਅ ਤਕਰੀਬਨ 9 ਗੁਣਾ ਵੱਧ ਗਿਆ ਆ। ਦੱਸੋ ਜੱਟ ਹੁਣ ਕੀ ਆਖੇ। ਆਪਣੇ ਮੁੰਡੇ ਕੁੜੀਆਂ ਦੇ ਵਿਆਹ ਦੇ ਵਿੱਚ ਉਹਨਾਂ ਨੇ ਸੋਨਾ ਤਾਂ ਖਰੀਦਣਾ ਹੀ ਹੋਇਆ, ਪਰ ਉਹ ਖਰੀਦਣੋਂ ਹਟ ਕੇ ਨਹੀਂ ਰਹਿੰਦਾ। ਭੋਲਾ ਕਹਿਣ ਲੱਗਾ, ਨਹੀਂ ਤਾਂ ਸੇਠ ਜੀ, ਬਸ ਜੱਟ ਦੀ ਗਿਰਾਵਟ ਦਾ ਇੱਕ ਕਾਰਨ ਤਾਂ ਇਹ ਵੀ ਆ ਕਿ ਉਹਦੇ ਖਰਚਿਆਂ ਦਾ ਹਿਸਾਬ, ਫਸਲ ਦਾ ਭਾਅ ਜਿਹੜਾ ਆ ਉਹ ਘਟਦਾ ਵੱਧਦਾ ਰਹਿੰਦਾ ਆ। ਦੂਜਾ ਇਹ ਕਿ ਜ਼ਿਆਦਾਤਰ ਜੱਟਾਂ ਦੇ ਘਰਾਂ ਦੀ ਹਾਲਾਤ ਬਹੁਤ ਵਧੀਆ ਨਹੀਂ ਗੀ। ਚਾਹੇ ਖਾਣ ਪੀਣ ਦੀ ਮਹਿੰਗਾਈ ਹੁੰਦੀ ਹੋਵੇ ਜਾਂ ਮਹਿੰਗਾ ਵਾ, ਪਰ ਤੁਸੀਂ ਹੋਰ ਵਾਧੂ ਖਰਚੇ ਵੀ ਪਾਲੇ ਹੋਏ ਨੇ। ਜਿਵੇਂ ਬਿਨਾਂ ਗੱਲ ਤੋਂ ਹਰੇਕ ਘਰ ਦੇ ਵਿੱਚ ਟਰੈਕਟਰ ਖੜਾ ਰੱਖਿਆ ਹੋਇਆ ਹੈ, ਜਦੋਂ ਕਿ ਜ਼ਮੀਨ ਦੀ ਵਹਾਈ ਬਜਾਈ ਕਿਰਾਏ ਦੇ ਸੰਦ ਦੇ ਉੱਤੇ ਵੀ ਹੋ ਜਾਂਦੀ ਹੈ। ਜੱਟਾਂ ਦੇ ਮੁੰਡਿਆਂ ਦੀਆਂ ਆਪਣੀਆਂ ਆਰਥਿਕ ਹਾਲਤਾਂ ਨੂੰ ਨਾ ਵੇਖਦੇ ਹੋਏ ਵਾਧੂ ਮੋਟਰਸਾਈਕਲ ਰੱਖੇ ਹੋਏ ਨੇ, ਜਦੋਂ ਕਿ ਘਰਾਂ ਦੇ ਵਿੱਚ ਇੱਕ ਫੋਨ ਨਾਲ ਸਰ ਸਕਦਾ ਆ, ਪਰ ਤੁਹਾਡੇ ਘਰਾਂ ਦੇ ਵਿੱਚ ਅਣਗਿਣਤ ਮੋਬਾਈਲ ਫੋਨ ਹੈ।
ਤੁਹਾਡੇ ਨਿੱਕੇ ਤੋਂ ਨਿੱਕੇ ਜਵਾਕ ਦੇ ਘਰ ਦੇ ਵਿੱਚ ਵਿਹਲਾ ਬੈਠਾ ਮੋਬਾਈਲ ਤੇ ਹੀ ਡਾਕਟਰੀ ਜਿਹੜਾ ਕਰਦਾ ਰਹਿੰਦਾ ਆ। ਕਦੇ ਉਸਨੇ ਖੋਲ ਲਿਆ, ਬੰਦ ਕਰ ਲਿਆ, ਕਦੇ ਬੈਟਰੀ ਕੱਢ ਲਈ, ਮੋਬਾਈਲ 'ਚ ਪਾਤੀ, ਗੀਤ ਸੰਗੀਤ ਸੁਣ ਲਿਆ। ਜਿਹੜੇ ਕਿ ਪਸ਼ੂ ਪਾਲਦੇ ਨੇ, ਤੁਸੀਂ ਸਹਾਇਕ ਧੰਦਾ ਸਮਝਦੇ ਹੋ, ਤੁਹਾਨੂੰ ਪਤਾ ਆ ਹੀ ਨਹੀਂ ਕਿ ਉਹ ਤੁਹਾਨੂੰ ਕਿੰਨਾ ਘਾਟਾ ਦਿੰਦਾ ਆ। ਇੱਕ ਪਸ਼ੂ ਦੁੱਧ ਦਿੰਦਾ ਆ, ਪਰ ਤੁਹਾਡੇ 5-6 ਵਾਧੂ ਕਟੜੂ ਵਛੜੂ ਜਿਹੜੇ ਆ ਬੰਨ ਕੇ ਰੱਖੇ ਹੋਏ ਆ। ਸ਼ਾਇਦ ਤੁਸੀਂ ਕਦੇ ਹਿਸਾਬ ਹੀ ਨਹੀਂ ਲਗਾਇਆ ਹੋਣਾ ਕਿ ਇੱਕ ਮਾੜੇ ਤੋਂ ਮਾੜਾ ਪਸ਼ੂ ਵੀ ਘੱਟੋ ਘੱਟ 50,000 ਰੁਪਏ ਦਾ ਖਰਚਾ ਜਿਹੜਾ ਕਰ ਜਾਂਦਾ ਆ। ਸੋ ਇੱਕ ਦਿਨ ਦੀ ਗੱਲ ਕਰੀਏ, 50 ਰੁਪਏ ਦਾ ਖਰਚਾ ਜਾਂ ਖਾਣ ਪੀਣ ਉਹਦਾ ਹੁੰਦਾ ਆ, ਤੇ 1 ਸਾਲ ਦੇ ਵਿੱਚ ਉਹ 18,000 ਰੁਪਇਆ ਮਤਲਬ ਉਹਦਾ ਖਰਚਾ ਹੋ ਗਿਆ। ਭਾਵ ਵਧੀਆ ਰਵੇ ਦੀ ਮੱਝ ਜਾਂ ਗਾਂ ਦੀ ਗੱਲ ਕਰੀਏ ਤਾਂ 3 ਸਾਲ ਤੱਕ ਉਹ ਤਿਆਰ ਹੁੰਦੀ ਆ। 3 ਸਾਲ ਦੇ ਘੱਟੋ ਘੱਟ 54,000 ਰੁਪਏ ਦਾ ਖਾਣ ਪੀਣ ਉਹਦਾ ਹੈਗਾ ਆ, ਤੇ 6,000 ਰੁਪਏ ਦੀ ਲਾਗਤ ਲਗਭਗ ਮਤਲਬ ਦਵਾਈਆਂ ਦਾ ਖਰਚਾ। ਇੱਕ ਮੱਝ ਜਾਂ ਗਾਂ 60,000 ਰੁਪਏ ਦੇ ਵਿੱਚ ਤਿਆਰ ਹੋ ਕੇ ਦੁੱਧ ਦੇਣ ਲੱਗਦੀ ਹੈ। ਜੇਕਰ ਉਹ ਠੀਕ ਠਾਕ ਰਹੇ ਤਾਂ ਕਈ ਵਾਰ ਵਿਕਣ ਵੇਲੇ ਮਸਾਂ 30,000 ਦੀ ਹੀ ਵਿਕਦੀ ਹੈ, ਜਦੋਂ ਕਿ ਇੱਕ ਵਧੀਆ ਪਸ਼ੂ ਇੰਨਾ ਘਾਟਾ ਜਿਹੜਾ ਆ ਉਹ ਜਾਂ ਫਿਰ ਮਾੜਾ ਪਸ਼ੂ ਹੋ ਜਵੇ ਤਾਂ ਇਹ ਸਮਝ ਲਵੋ ਕਿ ਥੋੜੇ ਜਿਹੇ ਦਿਨਾਂ ਦੀ ਗੱਲ ਹੀ ਤੁਹਾਡੇ ਪਿੰਡ ਦੇ ਵਿੱਚ ਅਰਸ਼ਦੀਪ ਮੈਨੂੰ ਦੱਸ ਰਿਹਾ ਸੀ ਕਿ ਉਹ ਸਾਡੇ ਘਰ ਇੱਕ ਵੱਛੀ ਦਾ ਜਨਮ ਹੋਇਆ, ਜਿਹਦਾ ਜੁਬਾੜਾ ਜੰਮਦੇ ਸਮੇਂ ਹੀ ਟੁੱਟ ਗਿਆ ਸੀ। 4 ਸਾਲ ਦੀ ਹੋ ਕੇ ਉਹ ਸੂਈ ਲਗਭਗ 80,000 ਰੁਪਏ ਦੇ ਵਿੱਚ ਤਿਆਰ ਹੋ ਗਈ। ਜੁਬਾੜਾ ਟੁੱਟਣ ਕਾਰਨ ਉਸ ਦੀ ਕੀਮਤ ਸਿਰਫ 15,000 ਰੁਪਏ ਹੀ ਹੋਈ। ਗਾਂ ਦੇ 4 ਸਾਲ ਦਾ ਅਰਸ਼ਦੀਪ ਨੂੰ 65,000 ਰੁਪਏ ਦਾ ਵੱਡਾ ਘਾਟਾ ਹੋਇਆ। ਉੱਪਰਲੀ ਸਾਂਭ ਸੰਭਾਲ ਵੱਖਰੀ ਸੀ। ਤੁਹਾਡੀ ਛੋਟੀਆਂ ਜੇ ਗੱਲ ਕਰੀਏ ਜਾਂ ਤੂੜੀ ਦੀ ਗੱਲ ਕਰੀਏ, ਸੁਲਝਾਈ ਫਿਰਦੇ ਹਾਂ, ਤੇ ਉਹਦੇ ਵਿੱਚ ਇੱਕ ਚੀਜ਼ ਆ ਕਿ ਸੇਠ ਜੀ ਕਹਿਣ ਲੱਗੇ ਮੇਰੀ ਆੜਤ ਦੇ ਨਾਲ ਨਾਲ ਸੀਮਿੰਟ ਦਾ ਵੀ ਕੰਮ ਚੱਲਦਾ ਆ, ਮੈਂ ਇਕੱਲਾ 2 ਕੰਮ ਸੰਭਦਾ ਆ। ਸਾਡੇ ਸਾਰੇ ਟੱਬਰ ਤੋਂ ਇਲਾਵਾ ਇਕੱਲੇ ਤੁਸੀਂ ਖੇਤੀ ਕਰਦੇ ਹੋ, ਸਾਰਾ ਟੱਬਰ ਮਿਲ ਕੇ ਹੀ ਖੇਤੀ ਦਾ ਹੀ ਕੰਮ ਸੰਭਾਲ ਪਾਉਂਦੇ ਆ। ਜੇਕਰ ਤੁਸੀਂ ਵੀ ਘਰਾਂ ਦੇ ਖਰਚੇ ਥੋੜੇ ਘਟਾ ਲਵੋ ਤੇ ਤੁਹਾਡੀਆਂ ਫਸਲਾਂ ਦਾ ਪੂਰਾ ਮਿਲ ਜਾਵੇਗਾ। ਜੱਟਾਂ ਵਰਗਾ ਰਾਜਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ। ਬਿੰਦਰ ਕਹਿਣ ਲੱਗਾ, ਸੇਠ ਸਾਹਿਬ ਤੁਸੀਂ ਤਾਂ ਸਾਡੀਆਂ ਅੱਖਾਂ ਹੀ ਖੋਲ ਦਿੱਤੀਆਂ। ਹੁਣ ਅਸੀਂ ਹੋਰ ਖਰਚਿਆਂ ਤੇ ਕਾਬੂ ਪਾ ਕੇ ਆਪਣੇ ਘਰਾਂ ਦੇ ਤੇ ਆਪਣੀ ਸਿਹਤ ਦਾ ਪੂਰਾ ਧਿਆਨ ਦੇਵਾਂਗੇ। ਅੰਤ ਵਿੱਚ ਦੋਨੋਂ ਜਾਣੇ ਹੀ ਸੇਠ ਜੀ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਫੈਸਲਾ ਉਹਨਾਂ ਨੇ ਲਿਆ ਕਿ ਆਪਣੀਆਂ ਔਰਤਾਂ ਨੂੰ ਕਹਾਂਗੇ ਕਿ ਘਰ ਦੇ ਛੋਟੇ ਮੋਟੇ ਜਿਹੜੇ ਘਰਾਂ ਵਿੱਚ ਬਣਾਈਆਂ ਜਾਂਦੀਆਂ ਚੀਜ਼ਾਂ ਜਿਵੇਂ ਚਟਣੀ, ਅਚਾਰ ਜਾਂ ਹੋਰ ਨਿੱਕਾ ਸੁੱਕਾ ਸਮਾਨ ਉਹ ਬਣਾਇਆ ਕਰਨ। ਖੇਤੀ ਦੇ ਨਾਲ ਨਾਲ ਇਹਨਾਂ ਚੀਜ਼ਾਂ ਨੂੰ ਵੀ ਜਿਹੜਾ ਅਸੀਂ ਵੇਚ ਕੇ ਹੋਰ ਵੀ ਪੈਸਾ ਕਮਾ ਸਕੀਏ। ਤਾਂ ਅੱਜ ਤੋਂ ਸਿਰਫ ਪਸ਼ੂ ਉਹ ਰੱਖਾਂਗੇ ਜਿਹੜਾ ਦੁਧਾਰੂ ਆ। ਜਦੋਂ ਉਹ ਦੁੱਧ ਘੱਟ ਕਰ ਦੇਵੇ ਵੇਚ ਕੇ ਨਵਾਂ ਪਸ਼ੂ ਲੈ ਆਈਏ। ਤੇ ਜਿੰਨਿਆਂ ਦੀ ਖਾਦ ਖੁਰਾਕ ਖੇਤੀਬਾੜੀ ਦੇ ਵਿੱਚ, ਤੇ ਕੋਸ਼ਿਸ਼ ਕਰੀਏ ਕਿ ਨਾਲ ਨਾਲ ਖੇਤੀਬਾੜੀ ਦਾ ਵੀ ਕੰਮ ਪੂਰਾ ਪਰਿਵਾਰ ਰਲ ਕੇ ਕਰੀਏ, ਤਾਂ ਜੋ ਮਜ਼ਦੂਰਾਂ ਦੀ ਮਜ਼ਦੂਰੀ ਤੇ ਖਾਦ ਪਾਉਣ ਜਾਂ ਹੋਰ ਕਟਾਈ ਵਢਾਈ ਦੇ ਖਰਚੇ ਸਾਡੇ ਘਟ ਸਕਣ, ਤਾਂ ਅਸੀਂ ਇਸ ਕਰ ਤੋਂ ਬਚ ਸਕੀਏ। ਸੋ ਇਹ ਸੀ ਇੱਕ ਕਹਾਣੀ ਆਪਣੇ ਘਰੇ ਅਸੀਂ ਕੀ ਕਰਨਾ ਆ, ਕੀ ਬਣਾਉਣਾ ਆ। ਕੁਝ ਗੱਲਾਂ ਤੇ ਨਹੀਂ, ਇਹ ਸਾਰੀਆਂ ਗੱਲਾਂ ਦੇ ਵਿੱਚ ਬਹੁਤ ਕੁਝ ਬਰੀਕ ਮਹੀਨ ਸੀ ਕਿ ਅੱਜ ਕਿਸਾਨ ਦੇ ਖੇਤਾਂ ਵਿੱਚ ਸਾਰੀਆਂ ਫਸਲਾਂ ਵਾਕਿਆ ਹੀ ਹੁੰਦੀਆਂ ਆ, ਪਰ ਉਹਨਾਂ ਦਾ ਸਵਾਦ ਪੂਰਾ ਕਿਸਾਨ ਨਹੀਂ ਦੇਖ ਪਾਉਂਦਾ।
ਜਿਵੇਂ ਸਲਾਦ ਦੀ ਗੱਲ ਕੀਤੀ ਹੈ, ਟਮਾਟਰ ਦੀ ਖੇਤੀ ਹੁੰਦੀ ਹੈ, ਖੀਰੇ ਦੀ ਖੇਤੀ ਹੁੰਦੀ ਹੈ ਤੇ ਮੰਡੀ ਵਿੱਚ ਤਾਂ ਲੈ ਜਾਂਦੇ, ਪਰ ਘਰ ਦੇ ਵਿੱਚ ਅਸੀਂ ਇਹ ਕਹਿ ਦਿੰਦੇ ਕਿ 2-4 ਹੋਰ ਪੈ ਜਾਣਗੇ, 4 ਪੈਸੇ ਬਣ ਜਾਣਗੇ। ਕਿਤੇ ਨਾ ਕਿਤੇ ਮੰਡੀ ਦੇ ਵਿੱਚ ਰੇਟ ਘੱਟ ਹੋਣ ਕਰਕੇ ਕਿਸਾਨ ਮੰਦਹਾਲੀ ਦੇ ਵਿੱਚ ਆ ਰਿਹਾ ਆ। ਸੋ ਅੱਜ ਹੀ ਮੈਂ ਇੱਕ ਖਬਰ ਪੜ੍ਹ ਰਹੀ ਸੀ ਕਿ ਕੁਝ ਵੀਰ ਆਪਣੀ ਨੌਕਰੀ ਨੂੰ ਛੱਡ ਕੇ ਉਹਨਾਂ ਨੇ ਆਪਣੀ ਖੇਤੀਬਾੜੀ ਦੇ ਵਿੱਚ ਸਬਜ਼ੀਆਂ ਦਾ ਸਹਾਇਕ ਧੰਦਾ ਜਿਹੜਾ ਅਪਣਾਇਆ, ਜਿਹਦੇ ਨਾਲ ਉਹ ਅੱਜ ਪੈਸਾ ਕਮਾ ਰਹੇ ਨੇ ਤੇ ਆਪਣੇ ਘਰ ਦੀ ਹਾਲਤ ਨੂੰ ਸੁਧਾਰ ਰਹੇ ਨੇ। ਸੋ ਇੱਕ ਗੀਤ ਮੈਂ ਸੁਣਿਆ ਸੀ, ਅੱਜ ਮੈਂ ਤੁਹਾਡੇ ਨਾਲ ਵੀ ਸਾਂਝਾ ਕਰਨਾ ਚਾਹਾਂਗੀ। ਉਸ ਗੀਤ ਦੇ ਵਿੱਚ ਸੁਨੇਹੇ ਬੜੇ ਨੇ, ਉਸ ਗੀਤ ਦੇ ਵਿੱਚ ਪਿਆਰ ਤੇ ਦੁਲਾਰ, ਜਿਵੇਂ ਦੀ ਕਹਾਣੀ ਉਵੇਂ ਦੇ ਸੀ। ਸੋ ਆਓ ਜੀ ਸੁਣਦੇ ਹਾਂ ਇਹ ਗੀਤ, ਤੇ ਇਸ ਗੀਤ ਵਿੱਚ ਆਪਣੇ ਕੌਣ ਨੇ ਤੇ ਆਪਣੇ ਕੀ ਹੁੰਦੇ ਨੇ, ਆਓ ਜੀ ਸੁਣਦੇ ਹਾਂ। ਸੋ ਪ੍ਰੋਗਰਾਮ ਸਾਂਝ ਵਿੱਚ ਫਿਰ ਰੂਬਰੂ ਹੋਵਾਂਗੇ। ਹੋ ਗਿਆ ਪ੍ਰੋਗਰਾਮ? ਨਹੀਂ ਅਜੇ ਹੋ ਰਿਹਾ। ਸਤਿ ਸ਼੍ਰੀ ਅਕਾਲ ਭੈਣ ਜੀ, ਕਿਵੇਂ ਹੋ? ਵਧੀਆ ਯਾਰ, ਆ ਬੜੀ ਚੇੜ ਘੈਂਟ ਜੀ ਲੱਗੀ ਆ। ਫਰਕ ਤਾਂ ਪੈਂਦਾ ਨਾ ਜੇ ਤੁਸੀਂ ਚੇਂਜ ਹੋ। ਹੋਰ ਵਧੀਆ ਜੀ ਵਧੀਆ। ਅੱਛਾ, ਮੈਂ ਫੋਨ ਰਿਕਾਰਡਿੰਗ ਤੇ ਲਾਇਆ। ਫੇਸਬੁੱਕ ਲਾਈਵ। ਅੱਛਾ, ਤੇ ਰੇਡੀਓ ਤੇ ਹੈਗੀ ਲੋੜ? ਉੱਥੇ ਤੇ ਆਪਣੇ ਸੁਲਤਾਨਪੁਰ ਇਹੀ ਉਹਨਾਂ ਨੂੰ ਪਤਾ ਹੁੰਦਾ। ਉਹਦਾ ਤਾਂ ਮੈਂ ਅਪਲਾਈ ਕੀਤਾ ਹੋਇਆ ਉੱਥੇ ਕਪੂਰਥਲੇ ਚ। ਮੈਂ ਕਿਹਾ ਜੇ ਉੱਥੇ ਸੁਲਤਾਨਪੁਰ ਸੰਧੂਆਂ ਕੋਲ ਆਉਣੇ ਚੱਲ ਗਏ ਉਹਨਾਂ ਨੂੰ। ਉਹਦੇ ਨਹੀਂ ਨਹੀਂ ਆਉਂਦੇ ਉੱਥੇ ਤਾਂ ਕਦੇ 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 ਮਤਲਬ ਰੇਡੀਓ ਤੇ ਨਹੀਂ ਗਿਆ ਹੋਣਾ। ਨਹੀਂ ਠੀਕ ਆ। ਤੁਸੀਂ ਜਿੱਤ ਕੇ ਆਓ। तुझसे बड़ा चाहे मैंने ना किया है, पर एक लम्हा ना तेरे बिन जिया है। ਹੋਰ ਵਧੀਆ। ਤੇਰਾ ਬਾਅਦ ਆਏ ਤੇ ਬਹੁਤ ਚਿਰਾਂ ਰੇਡੀਓ ਤੇ ਚਿਰਾਂ ਬਾਅਦ ਆਈ ਆ। ਉਹ ਤਾਂ ਮੈਂ ਆਉਂਦੀ ਰਹਿੰਦੀ ਆ। ਹੋਰ ਕਿੱਥੇ ਕਿੱਦਾਂ? ਮੈਰਿਜ ਹੋਈ ਸੀ, ਕਿਹੜੇ ਪਿੰਡ? ਬਿਹਾਰੀਪੁਰ। ਬਿਹਾਰੀਪੁਰ। ਉੱਥੇ ਤਾਂ ਬੱਸ ਵੀ ਨਹੀਂ ਜਾਂਦੀ ਕੋਈ ਨਾ ਕਿੰਦੇ ਬਿਹਾਰੀਪੁਰ ਵਾਲਾ ਹਨਾ? ਹਾਂਜੀ ਬਿਹਾਰੀ ਕਬੱਡੀ ਵਾਲਾ ਇੱਕ ਹੈਗਾ ਨਾ? ਪਿੰਦਰ ਪੰਡੋਰੀ। ਨਹੀਂ ਇੱਕ ਬਿਹਾਰੀਪੁਰ, ਪਤਾ ਨਹੀਂ ਕਿੰਦਾ ਬਿਹਾਰੀਪੁਰ ਹਾਂ ਸਾਡਾ ਗਵਾਂਢੀ ਆ, ਸਾਹਮਣੇ ਹੀ ਆ ਉਹਦੇ ਕੋਲ। ਕੀ ਹੋਇਆ, ਰਿਸ਼ਤੇਦਾਰੀ ਉਹਨਾਂ ਕੋਈ? ਨਹੀਂ ਉਹ ਜਾਣਦੇ ਆ ਬਿਹਾਰੀਪੁਰ ਦਾ ਨਾਮ, ਉਹ ਤੋਂ ਜਾਣਦੇ ਨਾ। ਬਾਹਰ ਗਿਆ ਹੋਇਆ ਮੇਰੇ ਖਿਆਲ। ਆਹ ਸ਼ਾਇਦ ਕੈਨੇਡਾ ਨਾ। ਕੈਨੇਡਾ ਸਾਰੀ ਫੈਮਿਲੀ। ਵਧੀਆ ਜ਼ਿੰਦਗੀ ਚੱਲ ਰਹੀ। ਤੇ ਹੁਣ ਫਿਰ ਜੌਬ ਜੂ ਵੀ ਕਰਦੇ ਕੋਈ? ਨਹੀਂ ਉੱਥੇ ਉਹਨਾਂ ਨੇ ਕੱਲ ਨੂੰ ਬੁਲਾਇਆ ਇੰਟਰਵਿਊ ਤੇ, ਦੇਖੋ ਕੀ ਹੁੰਦਾ। ਕਿਹੜਾ ਚੱਲਦਾ। ਇੱਥੋਂ ਦੂਰ ਪੈਂਦਾ, ਨਹੀਂ ਤੇ ਸਾਨੂੰ ਇੱਥੇ ਆ ਜਾਂਦੇ ਨਾ। ਹਾਂਜੀ ਸੈਦਮੀ ਤੇ ਜਾਂਦੀ ਆ ਬੱਸ, ਪਰ ਸੈਦਮਾ ਤੋਂ ਵਾਟ ਬਹੁਤ ਪੈਂਦੀ ਆ, ਡੂੰਗੀ ਦੀ ਵਾਟ ਜ਼ਿਆਦਾ। ਅਜੇ ਉੱਥੋਂ ਤੱਕ ਆਉਂਦੀ ਸੀ ਫਿਰ ਤੁਹਾਨੂੰ ਮੌਸੀ ਨਾਮ ਨਾਲੇ ਚਲੋ ਸਾਰਿਆਂ ਨਾਲ ਉਹ ਬਣਿਆ ਹੋਇਆ ਹੁਣ ਤੇ ਨਾ। ਫਿਰ ਉੱਥੇ ਨਾਲੇ ਉਪਰਾਪਨ ਜਿਹਾ ਵੀ ਨਹੀਂ ਲੱਗਦਾ। ਇਹ ਤਾਂ ਹੁਣ ਨਵੇਂ ਥਾਂ ਲੱਗਦੇ ਆ ਫਿਰ। ਨਵੇਂ ਤਾਂ ਔਖਾ ਹੋਣਾ ਹੈ।
ਵਾਸਤੇ ਤੇ ਘਰੇ ਰਹਿਣਾ ਵੀ ਬੜਾ ਔਖਾ ਹੋ ਜਾਂਦਾ ਨਾ। ਘਰੇ ਰਹਿਣਾ ਸਭ ਤੋਂ ਜ਼ਿਆਦਾ ਔਖਾ ਤੁਹਾਨੂੰ ਪਤਾ ਜੋਬ ਵਾਲੇ ਬੰਦੇ ਨੂੰ ਘਰੇ ਰਹਿਣਾ ਔਖਾ। ਬਹੁਤ ਔਖਾ ਮੇਰੇ ਦਿਲ ਕਹਿੰਦਾ ਉਹ ਸਾਰੀ ਦਿਹਾੜੀ ਨਹੀਂ ਮਿਲਦੀ ਹੈ ਨਾ ਬਾਅਦ ਚ। ਆਹ ਸਭ ਤੋਂ ਵੱਡੀ ਪ੍ਰੋਬਲਮ ਆ ਹੋਈ ਵਿਹਲਾ ਰਹਿਣਾ ਸਭ ਤੋਂ ਔਖਾ ਵਾ ਨਾਲੇ ਬੰਦੇ ਦੀ ਔਖਾ। ਉਦਾਂ ਮੈਂ ਸਟਿਚਿੰਗ ਸਿੱਖ ਲਈ ਸੀ ਤੇ ਵਿਹਲੀ ਰਹਿਣਾ ਕਰਕੇ ਇਹ ਸਾਰੀ ਦਿਹਾੜੀ ਬਹਿ ਕੇ ਬੋਰ ਨਹੀਂ ਉਹ ਸਗੋਂ ਵਧੀਆ ਕਿ ਬੰਦਾ ਆਪਣੇ ਜੋਗੇ ਤੇ ਕਰਦਾ ਹੀ ਆ। ਮੈਂ ਵੈਸੇ ਤਾਂ ਉਦਾਂ ਵੀ ਪਿੰਡਾਂ ਦੇ ਵਿੱਚ ਵੈਸੇ ਵੀ ਹੈ ਨਾ ਲਾਗੇ ਲੱਗੇ ਚਲੋ ਠੀਕ ਹੈ ਨਾ ਓਕੇ ਜੀ, ਬਾਏ ਜੀ। ਕੁੜੀ ਤੁਹਾਡੀ ਕੋਲ ਦੇਖਣੀ ਸੀ ਆ ਲੈ ਜਾਪ ਅੱਛਾ ਵੱਡੀ ਤਾਂ ਹੋਈ ਨਹੀਂ ਬਾਰੀ ਇਹ ਪਿਛਲੇ ਸਾਲ ਤੋਂ ਇਹਨੂੰ ਕਿ ਮਾਮੇ ਮੂਮੇ ਦੇ ਚੱਲ ਜਾ ਮਾਮੇ ਦੇ ਪੂਰੀ ਹਾਈਟ ਉਹਦੀ ਹੈਗੀ ਆ ਬਹੁਤ ਆ। ਉਹਨਾਂ ਜਿੰਨੀ ਲੰਬੀ ਹੋਣਾ ਨੇ। ਚਲੋ ਠੀਕ ਹੈ ਓਕੇ ਜੀ। ਸੋ ਲੋ ਜੀ, ਇਸ ਪਿਆਰੇ ਜਿਹੇ ਗੀਤ ਤੋਂ ਬਾਅਦ ਵਿੱਚ ਫਿਰ ਤੁਹਾਡੇ ਨਾਲ ਰੂਬਰੂ ਹੋ ਗਏ ਹਾਂ ਪ੍ਰੋਗਰਾਮ ਸਾਂਝ ਦੇ ਵਿੱਚ, ਜਿੱਥੇ ਕਿ ਸਾਂਝਾਂ ਚੱਲ ਰਹੀਆਂ। ਇੱਕ ਕਹਾਣੀ ਸੀ ਤੇ ਹੱਡ ਬੀਤੀ ਜੋ ਕਿਸੇ ਵੀਰ ਨੇ ਸਾਡੇ ਤੱਕ ਪਹੁੰਚਾਈ ਸੀ। ਹੱਡ ਬੀਤੀਆਂ ਬਹੁਤ ਕੁਝ ਸੇਧ ਦੇ ਕੇ ਜਾਂਦੀਆਂ ਨੇ, ਕਿਉਂਕਿ ਉਹ ਹੰਡਾਈਆਂ ਹੁੰਦੀਆਂ, ਉਹਦੇ ਵਿੱਚ ਪੂਰਾ ਅਸਲੀ ਤੱਥ ਹੁੰਦਾ ਤੇ ਉਹਨਾਂ ਤੱਥਾਂ ਦੇ ਨਾਲ ਜ਼ਿੰਦਗੀ ਦੇ ਨਵੇਂ ਰੂਪ ਵੀ ਆਉਂਦੇ ਨੇ। ਸੋ ਅੱਜ ਦੀ ਇਸ ਹੱਡ ਬੀਤੀ ਨੇ ਇੱਕ ਤਾਂ ਸਿੱਖਿਆ ਦਿੱਤੀ ਕਿ ਇਕੱਲਾ ਖੇਤੀ ਤੇ ਰਹਿਣ ਦੇ ਨਾਲ ਸਾਡੇ ਅੱਜ ਦੀ ਮਹਿੰਗਾਈ ਦੀ ਜ਼ਿੰਦਗੀ ਦੇ ਵਿੱਚ ਗੁਜ਼ਾਰੇ ਬਹੁਤ ਔਖੇ ਨੇ। ਸੋ ਇਸ ਜ਼ਿੰਦਗੀ ਦੇ ਵਿੱਚ ਨਵੀਂ ਖੁਸ਼ੀ ਤੇ ਨਵੀਂ ਉਮੰਗ ਲਿਆਉਣ ਦੇ ਲਈ ਸਾਨੂੰ ਜਿਹੜੀ ਹਰ ਰੋਜ਼ ਜੰਗ ਹੈ ਨਾ, ਉਸ ਜੰਗ ਦੇ ਵਿੱਚ ਜੂਝਣਾ ਜ਼ਰੂਰ ਚਾਹੀਦਾ ਆ। ਸੋ ਉਸ ਜੰਗ ਨੂੰ ਬਿਆਨ ਕਰਦੀ ਅੱਜ ਦੀਆਂ ਵਿਚਾਰਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜ਼ਿੰਦਗੀ ਸ਼ਬਦ ਦੇ ਵਿੱਚ ਹੀ ਤੁਹਾਡੀ ਪੂਰੀ ਉਮਰ ਆ। ਉਹ ਜਦੋਂ ਤੋਂ ਤੁਸੀਂ ਸੁਰਤ ਸੰਭਾਲੀ, ਕੀ ਮਹਿਸੂਸ ਕੀਤਾ, ਐਜੂਕੇਸ਼ਨ, ਪਰਿਵਾਰ ਦੇ ਵਿੱਚ ਖੇਤੀਬਾੜੀ ਨੂੰ ਲੈ ਕੇ ਕੀ ਹੋ ਰਿਹਾ, ਤੇ ਕਿਵੇਂ ਦਾ ਹਰ ਸਾਲ ਚਾਹ ਹੁੰਦਾ ਜਦੋਂ ਫਸਲ ਨੂੰ ਬੀਜਦੇ ਆ, ਜਦੋਂ ਫਸਲ ਪੱਕਦੀ ਆ, ਜਦੋਂ ਮੌਸਮ ਥੋੜਾ ਜਿਹਾ ਕਿਤੇ ਉਹਦਾ ਬੇਸ ਵਿਗੜਦਾ ਨਾ, ਉਦੋਂ ਉਸ ਕਿਸਾਨ ਦੇ ਜਿੰਨੇ ਵੀ ਫਸਲ ਬੀਜੀ ਹੁੰਦੀ ਆ ਜਾਂ ਜਿੰਨੇ ਦਿਹਾੜੀਆਂ ਕਰਕੇ ਉਸ ਫਸਲ ਤੇ ਬਹੁਤਿਆਂ ਦੀਆਂ ਉਮੀਦਾਂ ਹੁੰਦੀਆਂ, ਖਾਸ ਕਰਕੇ ਆੜ੍ਹਤੀਆਂ ਦੀ ਵੀ ਉਮੀਦ ਹੁੰਦੀ ਕਿ ਫਸਲ ਆਵੇ, 4 ਪੈਸੇ ਬਣਨਗੇ। ਮਜ਼ਦੂਰਾਂ ਦੀਆਂ ਵੀ ਹੁੰਦੀਆਂ ਕਿ ਫਸਲ ਪੱਕੇ ਤੇ ਅਸੀਂ ਦਿਹਾੜੀਆਂ ਲਾਈਏ, ਸਾਡੇ ਘਰ ਦੇ ਵਿੱਚ ਵੀ ਜਿਹੜਾ ਚੁੱਲ੍ਹਾ ਆ ਉਹ ਬਲਦਾ ਰਵੇ। ਕਿਸਾਨ ਦਾ ਵੀ ਹੁੰਦਾ ਹੈ ਕਿ ਜਿਹੜੇ ਅੜ ਤੋਂ ਪੈਸੇ ਚੱਕੇ ਹੋਏ ਆ ਉਹ ਕਰਜ਼ਾ ਲੱਥੇ ਤੇ ਕੁਝ ਨਵਾਂ ਪੈਸਾ ਘਰ ਆਵੇ, ਨਵੀਂ ਫਸਲ ਘਰ ਆਵੇ ਤਾਂ ਸਾਡੇ ਘਰ ਦਾ ਗੁਜ਼ਾਰਾ ਜਿਹੜਾ ਆ ਉਹ ਵਧੀਆ ਚੱਲਦਾ ਰਵੇ। ਬਹੁਤ ਉਮੀਦਾਂ ਹੁੰਦੀਆਂ ਨੇ ਹਰ ਚੀਜ਼ ਤੇ। ਉਮੀਦਾਂ ਸਾਰੀਆਂ ਪੂਰੀਆਂ ਨਹੀਂ ਹੁੰਦੀਆਂ, ਕਿਉਂਕਿ ਇਸ ਇਨਸਾਨ ਸੋਚਦਾ ਬਹੁਤ ਕੁਝ ਆ। ਹੁੰਦਾ ਕੀ ਆ ਕੀ ਨਹੀਂ ਹੁੰਦਾ, ਉਹ ਤਾਂ ਪਰਵਰਦਗਾਰ ਦੇ ਹੱਥ ਹੈ ਕਿ ਉਹਨੇ ਕੀ ਕਰਨਾ ਤੇ ਕੀ ਨਹੀਂ ਕਰਨਾ। ਪਰ ਆਸ ਨਹੀਂ ਛੱਡਣੀ ਚਾਹੀਦੀ, ਕਿਉਂਕਿ ਜਦੋਂ ਕਹਿੰਦੇ ਨੇ ਕਿ ਆਸਾਂ ਨੂੰ ਹੀ ਬੂਰ ਲੱਗਦੇ ਨੇ। ਸੋ ਕੀ ਫਾਇਦਾ ਹੁੰਦਾ, ਕੀ ਨੁਕਸਾਨ ਹੁੰਦਾ ਆ। ਆਓ ਤੁਹਾਨੂੰ ਕਵਿਸ਼ਰੀ ਸੁਣਾਉਂਦੇ ਆ ਭਾਈ ਮਹਿਲ ਸਿੰਘ ਚੰਡੀਗੜ੍ਹ ਵਾਲਿਆਂ ਦੀ ਕੀ ਫਾਇਦਾ, ਇਹ ਕਵਿਸ਼ਰੀ ਦਾ ਨਾਂ ਆ। ਸੋ ਕੀ ਇਹਦੇ ਵਿੱਚ ਦੱਸਦੇ ਨੇ, ਆਓ ਜੀ ਸੁਣਦੇ ਆ। ਮੂਰਖਾਂ ਦੇ ਹਾਸੇ ਨਾਲੋਂ ਦਾਨਿਆਂ ਦੀ ਘੂਰ ਚੰਗੀ, ਇਸ ਤਰੀਕ ਲੈਣੀ ਨਾਲੋਂ ਛੜੇ ਰਹਿਣਾ ਚੰਗਾ ਏ। ਮੂਰਖਾਂ ਦੀ ਜੰਜ ਨਾਲੋਂ ਦਾਨੇ ਦੀ ਮਕਾਨ ਚੰਗੀ, ਤੇ ਫਿਟਕਾਂ ਦੀ ਰੋਟੀ ਨਾਲੋਂ ਭੁੱਖੇ ਰਹਿਣਾ ਚੰਗਾ ਏ। ਮੂਰਖਾਂ ਦੇ
ਸਤਿ ਸ਼੍ਰੀ ਅਕਾਲ ਜੀ ਬੀੜ ਸਾਹਿਬ। ਜਿਹੜਾ ਪਿੰਡ ਦਾ ਭਲਾ ਨਹੀਂ ਸੋਚ ਸਕਦਾ ਉਹਨੂੰ ਸਰਪੰਚ ਬਣਾਉਣ ਦਾ ਕੀ ਫਾਇਦਾ। ਗੁਰਦੁਆਰੇ ਤੇ ਮੰਦਰ ਮਸਜਿਦ ਤਾਈਂ ਬਣਦੇ ਹੋਏ ਨੂੰ ਢਾਉਣ ਦਾ ਕੀ ਫਾਇਦਾ। ਤਾਂ ਪਈ ਤੋਂ ਛੱਡ ਦੇ ਸਾਥ ਜਿਹੜਾ ਉਹਦੇ ਨਾਲ ਵਰਤ। ਚਰਨਜੀਤ ਜੀ ਸਤਿ ਸ਼੍ਰੀ ਅਕਾਲ ਜੀ। ਇਹ ਗੱਲਾਂ ਨੇ ਖਾਲਸਾ ਰਾਜਨੀਤੀ ਸੁਣ ਕੇ ਨੂੰ ਭਲਾਉਣ ਦਾ ਕੀ ਫਾਇਦਾ। ਉਹ ਭਲਾ ਹੋਵੇ ਜਿਸ ਵਿੱਚ ਸਾਰੇ ਨਗਰ ਦਾ ਹੀ ਐਵੇਂ ਲੱਤਾਂ ਅਡਾਉਣ ਦਾ ਕੀ ਫਾਇਦਾ। ਮੂਰਖ ਕਹਿਣਗੇ ਸਾਨੂੰ ਸਨਾਤਾ ਸਹੀ ਉੱਥੇ ਮਗਜ ਖਪਾਉਣ ਦਾ ਕੀ ਫਾਇਦਾ। ਜੇਕਰ ਸੁੰਨਾ ਪਰਿਵਾਰ ਨੇ ਬੈਠ ਕੇ ਨਹੀਂ ਖੰਡ ਪਾਠ ਕਰਾਉਣ ਦਾ ਕੀ ਫਾਇਦਾ। ਇਹ ਗੱਲਾਂ ਨੇ ਖਾਲਸਾ ਰਾਜਨੀਤੀ ਸੁਣ ਕੇ ਨੂੰ ਭਲਾਉਣ ਦਾ ਕੀ ਫਾਇਦਾ। ਉਹ ਇੱਜ਼ਤ ਨਾਲੋਂ ਨਾ ਹੋਰ ਕੋਈ ਚੀਜ਼ ਵੱਡੀ ਕੋਈ ਸ਼ੱਕ ਨਹੀਂ। ਉਹਨੂੰ ਦਾਗ ਲਗਾਉਣ ਦਾ ਕੀ ਫਾਇਦਾ। ਸਾਨੂੰ ਸਿੱਖਾਂ ਨੂੰ ਗੁਰੂ ਗ੍ਰੰਥ ਤੋਂ ਬਿਨ ਹੋਰ ਥਾਂ ਸੀਸ ਝੁਕਾਉਣ ਦਾ ਕੀ ਫਾਇਦਾ। ਜੇਕਰ ਗਊਆਂ ਦੀ ਸੇਵਾ ਨਹੀਂ ਕਰਨੀ ਚੂਰੀ ਕੁੱਤਿਆਂ ਨੂੰ ਪਾਉਣ ਦਾ ਕੀ ਫਾਇਦਾ। ਇਹ ਗੱਲਾਂ ਨੇ ਖਾਲਸਾ ਰਾਜਨੀਤੀ ਸੁਣ ਕੇ ਨੂੰ ਭਲਾਉਣ ਦਾ ਕੀ ਫਾਇਦਾ। ਉਹ ਜੇ ਸਤਿ ਸ਼੍ਰੀ ਅਕਾਲ ਵੀਰ ਜੀ ਲਵਜਿੰਦਰ ਜੀ। ਸਾਰਿਆਂ ਨੂੰ ਤੇਰੇ ਦੇਗ ਵਰਤਾਉਣ ਦਾ ਕੀ ਫਾਇਦਾ। ਔਖੀ ਵੇਲੇ ਜਿਸ ਕੀਤੀ ਮਦਦ ਹੋਵੇ ਉਹਦੇ ਗੁਣ ਭਲਾਉਣ ਦਾ ਕੀ ਫਾਇਦਾ। ਕਿ ਸੰਗਤ ਵਿੱਚ ਸ਼ਾਂਤੀ ਨਾ ਮਾਣੀ ਤਾਂ ਫਿਰ ਸੰਗਤ ਵਿੱਚ ਆਉਣ ਦਾ ਕੀ ਫਾਇਦਾ। ਇਹ ਗੱਲਾਂ ਨੇ ਖਾਲਸਾ ਰਾਜਨੀਤੀ ਸੁਣ ਕੇ ਨੂੰ ਭਲਾਉਣ ਦਾ ਕੀ ਫਾਇਦਾ। ਉਹ ਸ਼ਬਦ ਗੁਰੂ ਦਾ ਮਨ ਵਿੱਚ ਵਸਿਆ ਨੀ ਜੋਤਾ ਕੁੰਭ ਰਖਾਉਣ ਦਾ ਕੀ ਫਾਇਦਾ। ਐਵੇਂ ਪੜ ਕੇ ਨੀ ਚੱਜ ਦੀ ਗੱਲ ਕਰਨੀ ਤੇਰੇ ਪੜਨ ਪੜਾਉਣ ਦਾ ਕੀ ਫਾਇਦਾ। ਪਹਿਲੇ ਟੱਬਰ ਦੇ ਜਿਉਂਦਿਆਂ ਸਰਪੰਚ ਸਿੰਘਾ ਦੂਜਾ ਵਿਆਹ ਕਰਾਉਣ ਦਾ ਕੀ ਫਾਇਦਾ। ਇਹ ਗੱਲਾਂ ਨੇ ਖਾਲਸਾ ਰਾਜਨੀਤੀ ਸੁਣ ਕੇ ਨੂੰ ਭਲਾਉਣ ਦਾ ਕੀ ਫਾਇਦਾ। ਉਹ ਸਾਧੂ ਹੋ ਕੇ ਮਨ ਨੂੰ ਸਤਿਆ ਨਾ ਸਾਧੂ ਹੋ ਕੇ ਮਨ ਨੂੰ ਸਤਿਆ ਨਾ ਐਵੇਂ ਜੱਟਾਂ ਵਧਾਉਣ ਦਾ ਕੀ ਫਾਇਦਾ। ਉੱਚੇ ਵੇਖ ਕੇ ਕਿਸੇ ਦੇ ਮਹਿਲ ਸੋਹਣੇ ਕੁੱਲੀ ਆਪਣੀ ਢਾਉਣ ਦਾ ਕੀ ਫਾਇਦਾ। ਸਾਨੂੰ ਸਿੱਖਾਂ ਦੇ ਘਰਾਂ ਵਿੱਚ ਜਨਮ ਲੈ ਕੇ ਸਾਨੂੰ ਸਿੱਖਾਂ ਦੇ ਘਰਾਂ ਵਿੱਚ ਜਨਮ ਲੈ ਕੇ ਦਾੜੀ ਕੇਸ ਕਟਾਉਣ ਦਾ ਕੀ ਫਾਇਦਾ। ਇਹ ਗੱਲਾਂ ਨੇ ਖਾਲਸਾ ਰਾਜਨੀਤੀ ਸੁਣ ਕੇ ਨੂੰ ਭਲਾਉਣ ਦਾ ਕੀ ਫਾਇਦਾ। ਸੋ ਇਹ ਸੀ ਕਵਿਸ਼ਰੀ ਭਾਈ ਮਹਿਲ ਸਿੰਘ ਹੁਣਾਂ ਦੇ ਕਵਿਸ਼ਰੀ ਜਥੇ ਦੀ, ਜਿਹਦੇ ਵਿੱਚ ਕੀ ਫਾਇਦਾ ਤੇ ਕੀ ਨਹੀਂ ਫਾਇਦਾ, ਅਸੀਂ ਕੀ ਸਾਨੂੰ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ। ਸੋ ਸਾਰੇ ਫਾਇਦੇ ਤੇ ਨੁਕਸਾਨ ਪਤਾ ਹੁੰਦਿਆਂ ਸੰਦਿਆਂ ਵੀ ਜਦੋਂ ਅਸੀਂ ਕਿਸੇ ਨੁਕਸਾਨ ਵੱਲ ਨੂੰ ਕਦਮ ਵਧਾਈਏ ਤੇ ਉੱਥੇ ਗਲਤੀ ਕਿਸੇ ਹੋਰ ਦੀ ਨਹੀਂ। ਕਹਿੰਦੇ ਨੇ ਕਿ ਗਲਤੀ ਇੱਕ ਵਾਰ ਹੁੰਦੀ ਆ ਤੇ ਵਾਰ-ਵਾਰ ਜਿਹੜੀ ਗਲਤੀ ਦੁਹਰਾਈ ਜਾਵੇ ਗਲਤੀ ਨਹੀਂ ਹੁੰਦੀ, ਉਹ ਚਲਾਕੀਆਂ ਹੁੰਦੀਆਂ ਨੇ। ਸੋ ਉਹ ਇਹੋ ਜਿਹੇ ਇਨਸਾਨ ਤੋਂ ਬਚ ਕੇ ਰਹਿਣਾ ਚਾਹੀਦਾ। ਸੋ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਲਈ, ਜ਼ਿੰਦਗੀ ਨੂੰ ਸਹੀ ਤਰੀਕੇ ਦੇ ਨਾਲ ਜੀਣ ਲਈ ਹੱਸਦੇ ਰਹੋ, ਵਸਦੇ ਰਹੋ ਤੇ ਟੈਨਸ਼ਨਾਂ ਤੋਂ ਥੋੜਾ ਜਿਹਾ ਦੂਰ ਰਹਿਣਾ ਸ਼ੁਰੂ ਕਰ ਦਿਓ, ਕਿਉਂਕਿ ਜਿੰਨੀਆਂ ਟੈਨਸ਼ਨਾਂ ਤੁਸੀਂ ਦਿਨ ਬਾ ਦਿਨ ਲੈਂਦੇ ਰਹੋਗੇ ਤੇ ਉਹਨਾਂ ਟੈਨਸ਼ਨਾਂ ਦੇ ਬੋਝ ਦੇ ਥੱਲੇ ਦਬ ਕੇ ਤੁਸੀਂ ਆਪਣੀ ਹੀ ਜ਼ਿੰਦਗੀ ਦੇ ਸਵਾਸਾਂ ਨੂੰ ਤੁਸੀਂ ਖਰਾਬ ਕਰ ਰਹੇ ਹੋ। ਸੋ ਇਸ ਲਈ ਹੱਸਦੇ ਰਹੋ, ਵਸਦੇ ਰਹੋ, ਖੁਸ਼ ਰਹੋ, ਆਬਾਦ ਰਹੋ। ਤੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਮੈਂ ਇੱਥੇ ਹੀ ਸਮੇਟਦੀ ਹਾਂ। ਸੋ ਜਾਂਦੇ ਜਾਂਦੇ ਵੀਰ ਮਹਿਲ ਸਿੰਘ ਹੁਣਾਂ ਜੀ ਦੀ ਕਵਿਸ਼ਰੀ ਤੁਹਾਡੇ ਨਾਲ ਸਾਂਝੀ ਇੱਕ ਜ਼ਰੂਰ ਕਰਕੇ ਜਾਵਾਂਗੀ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਕਿ ਹਰ ਵਾਰ ਇੱਕ ਚੀਜ਼ ਕਹੀ ਜਾਂਦੀ ਹੈ ਕਿ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਕਿਤੇ ਉਲਝਣ ਦੇ ਵਿੱਚ ਆ ਤੇ ਉਸ ਉਲਝਣ ਤੋਂ ਬਚਣ ਦਾ ਇੱਕੋ ਹੀ ਤਰੀਕਾ ਆ, ਕਦੇ ਵੀ ਦੁੱਖ ਆਉਂਦਾ ਸਭ ਤੋਂ ਪਹਿਲਾਂ ਸ਼ਬਦ ਮਾਂ ਤੇ ਫਿਰ ਵਾਹਿਗੁਰੂ ਨਿਕਲਦਾ ਆ। ਸੋ ਇਸ ਲਈ ਜਦੋਂ ਜ਼ਿਆਦਾ ਉਲਝਣ ਦੇ ਵਿੱਚ ਕਿਤੇ ਵੀ ਹੋਵੋ ਤੇ ਉਦੋਂ ਫਿਰ ਮਾਂ ਸ਼ਬਦ ਜਿਹੜਾ ਨਿਕਲਿਆ ਆ ਉਹਨੂੰ ਪੁਗਾਉਣਾ ਤੇ ਪਰਮਾਤਮਾ ਨੂੰ ਯਾਦ ਕਰਨਾ। ਜਦੋਂ ਸਾਰੇ ਬੰਨੇ ਰਸਤੇ ਤੁਹਾਨੂੰ ਲੱਗਣ ਕਿ ਹਨੇਰਾ ਹੋ ਰਿਹਾ ਨਾ,
ਕੁਝ ਨਹੀਂ ਪਤਾ ਲੱਗ ਰਿਹਾ, ਤਾਂ ਉਦੋਂ ਅਕਾਲ ਪੁਰਖ ਨੂੰ ਧਿਆਨ ਲੈਣਾ ਚਾਹੀਦਾ। ਸੋ ਆਓ ਜੀ ਸੁਣਦੇ ਹਾਂ ਇੱਕ ਵਿਸ਼ਰੀ। ਤਾਂ ਹੁਣ ਮੈਨੂੰ ਦਿਓ ਅੱਗਾ ਜੀ। ਹੱਸਦੇ ਰਹੋ, ਵਸਦੇ ਰਹੋ, ਖੁਸ਼ ਰਹੋ, ਆਬਾਦ ਰਹੋ। ਤੇ ਮੇਰੇ ਵੱਲੋਂ ਅਮਨਦੀਪ ਕੌਰ ਵੱਲੋਂ ਸਾਰਿਆਂ ਨੂੰ ਹੀ ਸਤਿ ਸ਼੍ਰੀ ਅਕਾਲ ਜੀ। ਜੋ ਹੋਸ਼ ਭੁਲਾ ਦੇ ਜਨਤਾ ਦੀ, ਤੇਰੀ ਯਾਦ ਚ ਖਿੜਕੇ ਨੱਚ ਉੱਠਦੇ ਪਏ ਮਦਮ ਵਿਚਾਰੀ ਉਦਾਸ ਮੇਰੇ। ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ, ਤੇਰੇ ਨਾਮ ਨਾਲ ਚੱਲਣ ਸਵਾਸ ਮੇਰੇ। ਨਕਸ਼ੇ ਸੁੰਦਰ ਨੇ ਤਕਣੀ ਵਿੱਚ ਮਸਤੀ ਅੰਤਾਂ ਦੀ, ਸਾਹਾਂ ਵਿੱਚ ਮਹਿਕਾ ਕੁੜੀਆਂ ਨੇ ਜੋ ਹੋਸ਼ ਭੁਲਾ ਦੇ ਜਨਤਾ ਦੀ। ਤੇਰੀ ਯਾਦ ਚ ਖਿੜਕੇ ਨੱਚ ਉੱਠਦੇ ਪਏ ਮਦਮ ਵਿਚਾਰੀ ਉਲਾਸ ਮੇਰੇ। ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ, ਤੇਰੇ ਨਾਮ ਨਾਲ ਚੱਲਣ ਸਵਾਸ ਮੇਰੇ। ਯਾਦ ਰਹੇ ਤਾਂ ਜੀਵਾਂਗਾ, ਜੇ ਵਿਸਰੇ ਤਾਂ ਮਰ ਜਾਂਦਾ। ਜਦ ਪ੍ਰੀਤ ਹੁਲਾਰਾ ਦਿਲ ਮੇਰਾ ਸਾਸਾ ਕਰ ਜਾਂਦਾ। ਜਦ ਪ੍ਰੀਤ ਹੁਲਾਰਾ ਦਿੰਦੀ ਹੈ, ਮੈਂ ਸਾਂਸਾਂ ਗਲ ਤਰ ਜਾਂਦਾ। ਜਦ ਕਨੀ ਮੁਹੱਬਤ ਚੱਲਦੀ ਹੈ, ਹੋ ਚੰਦ ਬੰਦ ਖਲਾਸ ਮੇਰੇ। ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ, ਤੇਰੇ ਨਾਮ ਨਾਲ ਚੱਲਣ ਸਵਾਸ ਮੇਰੇ। ਧਰਤੀ ਤੋਂ ਅੰਬਰ ਤੋੜੀ ਤੇਰਾ ਹੀ ਨੂਰ ਨਜ਼ਾਰਾ ਹੈ। ਫੁੱਲਾਂ ਦੀ ਕੈਦ ਸੁਗੰਧ ਮਰੀ, ਜੰਗ ਪ੍ਰੀਤਾਂ ਦਾ ਨਜ਼ਾਰਾ ਹੈ। ਲੋੜਾਂ ਦੇ ਪੀਣੇ ਲੋਕੀ ਨੇ ਨਿਤਿਉਣ ਸ਼ਿਕਾਇਤਾਂ ਪਾਸ ਤੇਰੇ। ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ, ਤੇਰੇ ਨਾਮ ਨਾਲ ਚੱਲਣ ਸੁਵਾਸ ਮੇਰੇ। ਧੁੱਪ ਵਿੱਚ ਤਪ ਸੜ ਉੱਠਦਾ ਹੈ, ਜਦ ਮੈਂ ਗੁਰੂ ਅੱਖਾਂ ਠਰ ਜਾਂਦਾ। ਗਮ ਤੇ ਸਾਗਰ ਡੁੱਬਦਾ, ਗਮ ਦੇ ਸਾਗਰ ਡੁੱਬਦਾ। ਤੇਰਾ ਨਾਮ ਲਵਾਤਾ ਤਰ ਜਾਂਦਾ। ਇਹ ਮਸਤਕ ਨੂਰ ਪਿਆਰਾ ਦਾ ਸਭ ਮਾਫ ਕਰੋਗੀ ਨਾਸ ਮੇਰੇ। ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ, ਤੇਰੇ ਨਾਮ ਨਾਲ ਚੱਲਣ ਸੁਵਾਸ ਮੇਰੇ। ਜੋ ਕੁਝ ਦੁਨੀਆ ਤੇ ਰਮ ਕਰਿਆ, ਇਸ ਸਭ ਵਿੱਚ ਤੇਰਾ ਵਾਸਾ ਹੈ। ਇਸ ਲੱਖ 84 ਜੋਨਾਂ ਨੂੰ ਇੱਕ ਤੇਰਾ ਹੀ ਪਰਵਾਸਾ ਹੈ, ਇੱਕ ਤੇਰਾ ਹੀ ਪਰਵਾਸਾ ਹੈ। ਇੱਕ ਕਿਣਕੇ ਨਾ ਹੋ ਉੱਠਦਾ, ਮਨ ਬਹੁਤ ਵੱਡਾ ਪ੍ਰਕਾਸ਼ ਮੇਰੇ। ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ, ਤੇਰੇ ਨਾਮ ਨਾਲ ਚੱਲਣ ਸਵਾਸ ਮੇਰੇ। ਕੁਰਬਾਨ ਹਾਂ ਤੇਰੇ ਨਾਮ ਮਿਟੋ, ਜੋ
ਪਿਆ ਮੁਹੱਬਤ ਕਰ ਲੋ ਮੁਖ ਮੋੜੀ ਨਾ ਦਿਲ ਥੋੜੀ ਨਾ ਰੱਖ ਪਿਆ ਮੁਹੱਬਤ ਗੋੜੀ ਨੂੰ ਲਿਖ ਲਿਖ ਕੇ ਪੈਂਕਾ ਗਾਉਂਦਾ ਨੂੰ ਕੌਣ ਪਰ ਰੱਖੀ ਵਿੱਚ ਖਾਸ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾਲ ਚੱਲਣ ਸਵਾਸ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾਲ ਚੱਲਣ ਸਵਾਸ ਮੇਰੇ